पंजाब स्कूल सिक्ख्या बोर्ड ਵੱਲੋਂ ਕੀਤਾ ਗਿਆ ਉਪਰਾਲਾ ਆਨਲਾਈਨ ਸਟੱਡੀ ਸਿਸਟਮ ਵਿੱਚ ਤੁਹਾਡਾ ਸਵਾਗਤ ਹੈ। NSDC ਦੇ ਅਧੀਨ ਚੱਲ ਰਹੇ ਬਿਊਟੀ ਐਂਡ ਵੈਲਨੈਸ ਕੋਰਸ ਦੇ 9ਵੀਂ ਕਲਾਸ ਦੇ ਯੂਨਿਟ 1 ਦਾ ਅਧਿਐਨ ਕਰਾਂਗੇ, ਜਿਸ ਵਿੱਚ ਬਿਊਟੀ ਇੰਡਸਟਰੀ ਔਰ ਬਿਊਟੀ ਥੈਰੇਪਿਸਟ ਬਾਰੇ ਅਸੀਂ ਪੜਾਂਗੇ। मैं मोनिका शर्मा वोकेशनल ट्रेनर ब्यूटी एंड वैलनैस सरकारी कन्या सीनियर सैकेंडरी स्कूल गुरु हरसाहिब विखे सेवा निभा रही हाँ। ਅੱਜ ਮੈਂ ਤੁਹਾਨੂੰ ਭਾਰਤ ਵਿੱਚ ਚੱਲ ਰਹੀ ਇੱਕ ਬਹੁਤ ਹੀ ਵੱਡੀ ਇੰਡਸਟਰੀ ਬਿਊਟੀ ਐਂਡ ਵੈਲਨੈਸ ਇੰਡਸਟਰੀ ਬਾਰੇ ਦੱਸਾਂਗੀ। ਬਾਹਰੀ ਦਿੱਖ ਬਹੁਤ ਹੀ ਮਹੱਤਵਪੂਰਨ ਹੈ, ਜਿਸ ਨਾਲ ਕੋਈ ਵੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਵੱਲ ਆਕਰਸ਼ਿਤ ਹੁੰਦਾ ਹੈ। ਬਿਊਟੀ ਥੈਰੇਪਿਸਟ ਦੇ ਕੀਤਿਆਂ ਦੇ ਵਿੱਚ ਬਾਹਰੀ ਦਿੱਖ ਨੂੰ ਸੁਧਾਰਨ ਦੇ ਉਹ ਸਾਰੇ ਕੰਮ ਆਉਂਦੇ ਨੇ, ਜਿਸ ਵਿੱਚ ਮੇਕਅਪ, ਸਕਿਨ ਕੇਅਰ ਅਤੇ ਹੇਅਰ ਸਟਾਈਲਿੰਗ ਦਾ ਕੰਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਿਊਟੀ ਥੈਰੇਪਿਸਟ ਵੈਲਬੀਇੰਗ ਟ੍ਰੀਟਮੈਂਟ ਦਿੰਦਾ ਹੈ, ਜਿਸ ਵਿੱਚ ਅਸੀਂ ਮੈਨੀਕਿਉਰ ਅਤੇ ਪੈਡੀਕਿਉਰ ਦੇ ਵਿੱਚ ਆਪਣੇ ਕਲਾਇੰਟਸ ਨੂੰ ਮਸਾਜ ਦਿੰਦੇ ਹਾਂ, ਜਿਸ ਨਾਲ ਅਸੀਂ ਉਹਨਾਂ ਦੀ ਸਿਹਤ ਦਾ ਬਹੁਤ ਹੀ ਅੱਛੇ ਪੱਧਰ ਦੇ ਉੱਤੇ ਧਿਆਨ ਰੱਖਦੇ ਹਾਂ। ਬਿਊਟੀ ਥੈਰੇਪਿਸਟ ਕਿੱਤੇ ਦੇ ਵਿੱਚ ਜਿੱਥੇ ਮੇਕਅਪ, ਸਕਿਨ ਕੇਅਰ, ਹੇਅਰ ਸਰਵਿਸਿਜ਼, ਮੈਨੀਕਿਉਰ, ਪੈਡੀਕਿਉਰ ਦੇ ਸਰਵਿਸਿਜ਼ ਆਉਂਦੀਆਂ ਨੇ, ਉੱਥੇ ਹੀ ਬਿਊਟੀ ਥੈਰੇਪਿਸਟ ਦੀ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਸਰਵਿਸ ਆਉਂਦੀ ਹੈ ਡਾਈਟੀਸ਼ੀਅਨ ਅਤੇ ਨਿਊਟ੍ਰੀਸ਼ਨ ਦੀ, ਜਿਸ ਵਿੱਚ ਕਲਾਇੰਟ ਨੂੰ ਉਸ ਦੀ ਹੈਲਥ ਦੇ ਅਕੋਰਡਿੰਗ ਉਸ ਦੀ ਡਾਈਟ ਅਤੇ ਨਿਊਟ੍ਰੀਸ਼ਨ ਲਈ ਬਹੁਤ ਹੀ ਵਧੀਆ ਗਾਈਡ ਕੀਤਾ ਜਾਂਦਾ ਹੈ। ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਊਟੀ ਬਿਜ਼ਨਸ ਕਿਸ ਤਰ੍ਹਾਂ ਹਰ ਸਾਲ ਗਰੋ ਕਰਦਾ ਹੈ, ਜਿਸ ਵਿੱਚ 48% ਬਿਊਟੀ ਐਂਡ ਵੈਲਨੈਸ ਸੈਂਟਰਸ ਨੇ, 48% ਸਲਿਮਿੰਗ ਅਤੇ ਫਿਟਨੈਸ ਸੈਂਟਰ ਨੇ, ਅਤੇ 4% ਰੈਜੂਵੀਨੇਸ਼ਨ ਮੀਨਸ ਜਿੱਥੇ ਤੁਹਾਨੂੰ ਰਿਲੈਕਸ ਕੀਤਾ ਜਾਂਦਾ ਨੇ ਉਹ ਸੈਂਟਰ ਹੈ। 20 to 30% ਹਰ ਸਾਲ ਬਿਊਟੀ ਬਿਜ਼ਨਸ ਗਰੋ ਅਪ ਕਰਦਾ ਹੈ ਐਨੂਅਲੀ। ਬਿਊਟੀ ਇੰਡਸਟਰੀ ਇੱਕ ਇਸ ਤਰ੍ਹਾਂ ਦੀ ਇੰਡਸਟਰੀ ਹੈ ਜਿਹੜੀ ਕਿ ਹਰ ਸਾਲ ਗਰੋ ਕਰਦੀ ਹੈ। ਨੈਕਸਟ ਪਿਕਟੋਰੀਅਲ ਦੇ ਵਿੱਚ ਮੇਜਰ ਸੈਗਮੈਂਟਸ ਦਿਖਾਏ ਗਏ ਹੈ ਬਿਊਟੀ ਐਂਡ ਵੈਲਨੈਸ ਦੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਬਿਊਟੀ ਸੈਂਟਰਸ, ਹੇਅਰ ਸੈਲੂਨ, ਫਿਟਨੈਸ, ਸਲਿਮਿੰਗ, ਰੈਜੂਵੀਨੇਸ਼ਨ, ਪ੍ਰੋਡਕਟ ਐਂਡ ਕਾਊਂਟਰ ਸੇਲਸ, ਐਂਡ ਲਾਸਟ ਵਨ ਇਜ਼ ਆਲਟਰਨੇਟਿਵ ਥੈਰੇਪੀ। ਮੀਨਸ ਇਹਦੇ ਵਿੱਚ ਬਹੁਤ ਹੀ ਵਾਈਡ ਆਪਸ਼ਨਸ ਨੇ। ਅਗਰ ਬਿਊਟੀ ਐਂਡ ਵੈਲਨੈਸ ਦੇ ਫੀਲਡ ਦੇ ਵਿੱਚ ਤੁਸੀਂ ਹੋ ਔਰ ਤੁਸੀਂ ਅੱਗੇ ਆਪਣਾ ਪਾਥ ਚੁਣਨਾ ਚਾਹੁੰਦੇ ਹੋ ਤਾਂ ਦੇਰ ਆਰ ਵਾਈਡ ਸੈਗਮੈਂਟਸ। ਕੈਰੀਅਰ ਪਾਥ ਫॉर ਬਿਊਟੀ ਥੈਰੇਪਿਸਟ ਇਨ ਸਕਿਨ ਕੇਅਰ ਸਰਵਿਸਿਜ਼ ਦਾ ਫਲੋ ਚਾਰਟ ਤੁਸੀਂ ਦੇਖ ਸਕਦੇ ਹੋ, ਜਿਸ ਵਿੱਚ ਚੀਫ ਐਗਜ਼ੀਕਿਊਟਿਵ ਆਫਿਸਰ ਤੋਂ ਬਾਅਦ ਬਿਊਟੀ ਐਂਡ ਵੈਲਨੈਸ ਕੁਆਲਿਟੀ ਐਸ਼ੋਰਰ ਬਣ ਸਕਦੇ ਹੋ। ਮਾਸਟਰ ਟ੍ਰੇਨਰ, ਸੈਂਟਰ ਹੈਡ ਸੈਲੂਨ, ਸਕਿਨ ਕੇਅਰ ਸਰਵਿਸਿਜ਼ ਇੰਟਰਨਲ ਐਵੈਲੂਏਟਰ। ਇਹ ਫਰਦਰ 3 ਟਾਈਪਸ ਦੇ ਵਿੱਚ ਡਿਵਾਈਡਡ ਹੈ ਨੀਚੇ, ਬਿਊਟੀ ਮੈਨੇਜਰ, ਐਸਥੀਟੀਸ਼ੀਅਨ ਔਰ ਸਕਿਨ ਕੇਅਰ ਟ੍ਰੇਨਰ। ਦੈਨ ਜਿਹੜਾ ਐਸਥੀਟੀਸ਼ੀਅਨ ਹੈ ਉਹ ਬਿਊਟੀ ਐਡਵਾਈਜ਼ਰ ਔਰ ਸੀਨੀਅਰ ਬਿਊਟੀ ਥੈਰੇਪਿਸਟ ਦੀ ਪੋਸਟ 'ਤੇ ਵੀ ਕੰਮ ਕਰ ਸਕਦਾ ਹੈ। ਬਿਊਟੀ ਥੈਰੇਪਿਸਟ, ਅਸਿਸਟੈਂਟ ਬਿਊਟੀ ਥੈਰੇਪਿਸਟ ਔਰ ਮੈਨੀਕਿਉਰਿਸਟ ਔਰ ਪੈਡੀਕਿਉਰਿਸਟ ਦੀ ਪੋਸਟ 'ਤੇ ਵੀ ਕੰਮ ਕਰ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਸਕਿਨ ਕੇਅਰ ਸਰਵਿਸਿਜ਼ ਦੇ ਵਿੱਚ ਅਗਰ ਤੁਸੀਂ ਆਪਣਾ ਪਾਥ ਚੁਣਦੇ ਹੋ ਤਾਂ ਇਹਦੇ ਵਿੱਚ ਵੀ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ, ਜਿਸ ਵਿੱਚ ਤੁਸੀਂ ਕੰਮ ਕਰ ਸਕਦੇ ਹੋ। ਨੈਕਸਟ ਹੈ ਕੈਰੀਅਰ ਪਾਥ ਇਨ ਮੇਕਅਪ ਸਰਵਿਸਿਜ਼। ਮੇਕਅਪ ਟ੍ਰੇਨਰ ਜੋ ਹੈ ਉਹ ਅੱਗੇ ਸੀਨੀਅਰ ਬਿਊਟੀ ਥੈਰੇਪਿਸਟ, ਥੀਏਟਰ ਮੀਡੀਆ, ਸਪੈਸ਼ਲ ਇਫੈਕਟਸ, ਬ੍ਰਾਈਡਲ ਮੇਕਅਪ, ਇਹ ਵਾਲੇ ਫੀਲਡ ਦੇ ਵਿੱਚ ਆਪਣਾ ਫਿਊਚਰ ਜਿਹੜਾ ਹੈ ਬਹੁਤ ਹੀ ਬ੍ਰਾਈਟ ਬਣਾ ਸਕਦੇ ਹੈ। ਮੇਕਅਪ ਸਰਵਿਸਿਜ਼ ਦੇ ਵਿੱਚ ਉਸ ਤੋਂ ਬਾਅਦ ਅਸਿਸਟੈਂਟ ਬਿਊਟੀ ਥੈਰੇਪਿਸਟ, ਮੈਨੀਕਿਉਰਿਸਟ, ਪੈਡੀਕਿਉਰਿਸਟ, ਔਰ ਜੋ ਮੈਨੀਕਿਉਰਿਸਟ ਪੈਡੀਕਿਉਰਿਸਟ ਦੀ ਪੋਸਟ 'ਤੇ ਕੰਮ ਕਰਦਾ ਹੈ ਉਹ ਅਸਿਸਟੈਂਟ ਬਿਊਟੀ ਥੈਰੇਪਿਸਟ ਦੇ ਤੌਰ 'ਤੇ ਵੀ ਕੰਮ ਕਰ ਸਕਦਾ ਹੈ। 2 ਟਾਈਪਸ ਅਸੀਂ ਪੜ੍ਹ ਲਈਆਂ ਨੇ, ਕੈਰੀਅਰ ਪਾਥ ਇਨ ਸਕਿਨ ਕੇਅਰ ਸਰਵਿਸਿਜ਼ ਐਂਡ ਕੈਰੀਅਰ ਪਾਥ ਇਨ ਮੇਕਅਪ ਸਰਵਿਸਿਜ਼। ਨੈਕਸਟ ਹੈ ਕੈਰੀਅਰ ਪਾਥ ਇਨ ਨੇਲ ਕੇਅਰ ਸਰਵਿਸਿਜ਼, ਵਿੱਚ ਨੇਲ ਕੇਅਰ ਸਰਵਿਸਿਜ਼ ਇੰਟਰਨਲ ਐਵੈਲੂਏਟਰ ਹੈ ਜੋ ਉਹ ਨੇਲ ਟ੍ਰੇਨਰ, ਨੇਲ ਟ੍ਰੇਨਰ, ਸੀਨੀਅਰ ਨੇਲ ਟੈਕਨੀਸ਼ੀਅਨ। ਨੇਲ ਟੈਕਨੀਸ਼ੀਅਨ ਦੇ ਅੱਗੇ ਫਰਦਰ 5 ਕੰਮ ਨੇ, ਨੇਲ ਟੈਕਨੀਸ਼ੀਅਨ, ਮੈਨੀਕਿਉਰਿਸਟ ਪੈਡੀਕਿਉਰਿਸਟ, ਅਸਿਸਟੈਂਟ ਟੈਟੂ ਆਰਟਿਸਟ, ਅਸਿਸਟੈਂਟ ਬਿਊਟੀ ਥੈਰੇਪਿਸਟ ਐਂਡ ਅਸਿਸਟੈਂਟ ਸਪਾ ਥੈਰੇਪਿਸਟ। ਇਹ ਨੇ ਤੁਹਾਡੇ ਕੋਲ ਨੇਲ ਕੇਅਰ ਸਰਵਿਸਿਜ਼ ਦੇ ਵਿੱਚ ਕੈਰੀਅਰ ਪਾਥ ਦੇ ਵਿੱਚ ਆਪਸ਼ਨਸ, ਜਿਨ੍ਹਾਂ ਵਿੱਚ ਤੁਸੀਂ ਆਪਣਾ ਫਿਊਚਰ ਜਿਹੜਾ ਹੈ ਸਿਕਿਉਰ ਕਰ ਸਕਦੇ ਹੋ। ਅਗਲਾ ਹੈ ਪ੍ਰੀਪੇਅਰਿੰਗ ਐਂਡ ਮੇਨਟੇਨਿੰਗ ਦਾ ਵਰਕ ਏਰੀਆ, ਮਤਲਬ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਸ ਜਗ੍ਹਾ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਅਤੇ ਕਿਸ ਤਰ੍ਹਾਂ ਉਸ ਦੀ ਸਾਂਭ ਸੰਭਾਲ ਕਰਨੀ ਹੈ। ਸੈਲੂਨ ਨੂੰ ਸਾਫ਼ ਸੁਥਰਾ ਰੱਖਣਾ ਹੈ, ਡਿਸਇਨਫੈਕਟੈਂਟ ਨਾਲ ਕਲੀਨ ਕਰਨਾ ਹੈ। ਟੈਂਪਰੇਚਰ ਔਰ ਲਾਈਟ ਬਹੁਤ ਹੀ ਐਡਿਕੁਏਟ ਯਾਨੀ ਕਿ ਸਹੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਕਲਾਇੰਟ ਦੀ ਹਰ ਇੱਕ ਚੀਜ਼ ਦੀ ਸਾਂਭ ਸੰਭਾਲ ਕਰਨੀ ਔਰ ਉਸ ਨੂੰ ਜੋ ਸਰਵਿਸ ਦੇਣੀ ਹੈ ਉਸ ਦਾ ਵੀ ਧਿਆਨ ਰੱਖਣਾ ਇੱਕ ਤੁਹਾਡੀ ਜ਼ਿੰਮੇਵਾਰੀ ਹੈ। ਸੈਲੂਨ 'ਤੇ ਕੋਈ ਵੀ ਦੁਰਘਟਨਾ ਹੁੰਦੀ ਹੈ ਜਾਂ ਕੋਈ ਐਕਸੀਡੈਂਟਲ ਚੀਜ਼ ਹੁੰਦੀ ਹੈ ਤਾਂ ਉਸ ਲਈ ਕਲਾਇੰਟ ਜੋ ਹੈ ਉਹ ਤੁਹਾਡੇ 'ਤੇ
ਕੋਈ ਵੀ ਐਲੀਗੇਸ਼ਨਸ ਵੀ ਲਗਾ ਸਕਦਾ ਹੈ, ਜਿਸ ਦੇ ਨਾਲ ਸੈਲੂਨ ਦੀ ਰੈਪੂਟੇਸ਼ਨ ਔਰ ਬਿਜ਼ਨਸ ਦੋਨਾਂ ਤੇ ਫਰਕ ਪੈਂਦਾ ਹੈ ਔਰ ਇਸ ਚੀਜ਼ ਦਾ ਤੁਸੀਂ ਬਹੁਤ ਹੀ ਖਾਸ ਧਿਆਨ ਰੱਖਣਾ ਹੈ। ਨੈਕਸਟ ਹੈ ਹਾਈਜੀਨ। ਹਾਈਜੀਨ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਵਰਕ ਪਲੇਸ ਲਈ, ਕਿਉਂਕਿ ਬਿਊਟੀ ਐਂਡ ਵੈਲਨੈਸ ਸੈਕਟਰ ਦਾ ਮਤਲਬ ਹੀ ਇਹ ਹੈ ਬਿਊਟੀ ਐਂਡ ਵੈਲਨੈਸ ਮੀਨਸ ਖੂਬਸੂਰਤੀ ਦੇ ਨਾਲ ਨਾਲ ਅਸੀਂ ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਹੈ। ਨੈਕਸਟ ਜੋ ਮੇਨ ਮੇਨਟੇਨੈਂਸ ਦੇ ਵਿੱਚ ਆਉਂਦਾ ਹੈ, ਮੇਨਟੇਨੈਂਸ ਆਫ ਰਿਕਾਰਡ ਕਾਰਡ ਮੀਨਸ ਤੁਸੀਂ ਆਪਣੇ ਕਲਾਇੰਟ ਦੀ ਪ੍ਰੋਪਰ ਰਿਕਾਰਡ ਰੱਖਣਾ ਹੈ। ਅਗਰ ਉਹ ਤੁਹਾਡੇ ਕੋਲ ਸਰਵਿਸ ਲੈ ਕੇ ਗਿਆ ਹੈ ਕਿ ਉਸ ਨੂੰ ਤੁਸੀਂ ਕਿਹੜਾ ਟ੍ਰੀਟਮੈਂਟ ਦਿੱਤਾ ਹੈ, ਟ੍ਰੀਟਮੈਂਟ ਕਦੋਂ ਬੁੱਕ ਕੀਤਾ ਹੈ ਕਲਾਇੰਟ ਨੇ, ਔਰ ਕਲਾਇੰਟ ਦੀ ਹਿਸਟਰੀ ਕੀ ਹੈ, ਕਿ ਉਸ ਨੂੰ ਕੋਈ ਸਕਿਨ ਐਲਰਜੀ ਪ੍ਰੋਬਲਮ ਤਾਂ ਨਹੀਂ ਹੈ ਜਿਸ ਨਾਲ ਕਿ ਉਸ ਨੂੰ ਫਰਦਰ ਤੁਸੀਂ ਸਹੀ ਤਰੀਕੇ ਨਾਲ ਡੀਲ ਨਾ ਕਰ ਪਾਓ, ਇਸ ਲਈ ਉਹਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ। ਨੈਕਸਟ ਹੈ ਇਸੈਂਸ਼ੀਅਲਸ ਆਫ ਦਾ ਵਰਕ ਏਰੀਆ। ਜ਼ਰੂਰੀ ਚੀਜ਼ਾਂ ਨੇ ਜੋ ਵਰਕ ਏਰੀਆ ਲਈ, ਉਹ ਸਭ ਤੋਂ ਪਹਿਲਾਂ ਹੈ ਕਲੀਨ ਔਰ ਸਾਫ਼ ਸੁਥਰਾ ਇਨਵਾਇਰਮੈਂਟ, ਸਾਫ਼ ਸੁਥਰਾ ਚੇਅਰ, ਟਾਵਲ, ਐਪਰਨਸ, ਐਡਿਕੁਏਟ ਵੈਂਟੀਲੇਸ਼ਨ, ਲਾਈਟਸ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ, ਟੈਂਪਰੇਚਰ ਬਿਲਕੁਲ ਕੰਟਰੋਲ 'ਚ ਹੋਣਾ ਚਾਹੀਦਾ ਹੈ, ਸਪੇਸ ਜੋ ਹੈ ਉਹ ਵੀ ਐਡਿਕੁਏਟ ਹੋਣੀ ਚਾਹੀਦੀ ਹੈ, ਸਪੇਸ ਜੋ ਹੈ ਕਲਾਇੰਟ ਦੀਆਂ ਚੀਜ਼ਾਂ ਰੱਖਣ ਲਈ ਉਹ ਵੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਟੂਲਸ ਬਿਲਕੁਲ ਸਟਰਲਾਈਜ਼ਡ ਹੋਣੇ ਚਾਹੀਦੇ ਹੈ ਔਰ ਟਰੋਲੀ ਦੇ ਵਿੱਚ ਜੋ ਹੈ ਵੈਲ ਅਰੇਂਜਡ ਹੋਣੇ ਚਾਹੀਦੇ ਹੈ। ਟੂਲਸ ਔਰ ਪ੍ਰੋਡਕਟ ਦੀ ਜੋ ਸਟਰਲਾਈਜੇਸ਼ਨ ਹੈ ਬੜੀ ਹੀ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਕੋਵਿਡ-19 ਕਰਕੇ ਵੀ ਕਲਾਇੰਟ ਜੋ ਹੈ ਐਕਸਟਰਾ ਕੌਨਸ਼ੀਅਸ ਹੈ ਆਪਣੇ ਆਪ ਨੂੰ ਲੈ ਕੇ, ਸੋ ਤੁਸੀਂ ਜੋ ਹੈ ਸਟਰਲਾਈਜੇਸ਼ਨ ਜ਼ਰੂਰ ਕਰਨੀ ਹੈ ਆਪਣੇ ਟੂਲਸ ਦੀ ਔਰ ਆਪਣੇ ਪ੍ਰੋਡਕਟਸ ਦੀ, ਜੋ ਕਿ ਨੈਸੈਸਰੀ ਹੈ। ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟਰਲਾਈਜੇਸ਼ਨ ਕੀਤੀ ਜਾ ਰਹੀ ਹੈ ਇਕੁਇਪਮੈਂਟਸ ਦੀ। ਤੁਸੀਂ ਡੈਟੋਲ, ਸੈਵਲੋਨ ਯੂਜ਼ ਕਰ ਸਕਦੇ ਹੋ ਆਪਣੇ ਟੂਲਸ ਨੂੰ ਕਲੀਨ ਕਰਨ ਲਈ, ਔਰ ਸਟਰਲਾਈਜੇਸ਼ਨ ਲਈ ਤੁਸੀਂ UV ਰੇ ਪ੍ਰੋਟੈਕਟਰ ਵੀ ਯੂਜ਼ ਕਰ ਸਕਦੇ ਹੋ। ਟੂਲਸ ਔਰ ਇਕੁਇਪਮੈਂਟਸ ਨੂੰ ਸਟਰਲਾਈਜ਼ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਕੰਟੈਮੀਨੇਸ਼ਨ ਤੋਂ, ਇਨਫੈਕਸ਼ਨ ਤੋਂ ਫ੍ਰੀ ਕੀਤਾ ਜਾ ਸਕੇ। ਸਪਰੇ ਬੋਟਲਸ, ਕਲੀਨ ਟਾਵਲਸ, ਸਪੈਚੂਲਾ, ਹਰ ਇੱਕ ਚੀਜ਼ ਨੂੰ ਤੁਸੀਂ ਕਲੀਨ ਕਰਨਾ ਹੈ, ਸਟਰਲਾਈਜ਼ ਕਰਨਾ ਹੈ ਤਾਂ ਕਿ ਕੰਟੈਮੀਨੇਸ਼ਨ ਔਰ ਇਨਫੈਕਸ਼ਨ ਨੂੰ ਅਵੋਇਡ ਕੀਤਾ ਜਾ ਸਕੇ। ਸਟਰਲਾਈਜੇਸ਼ਨ ਔਰ ਡਿਸਇਨਫੈਕਟੈਂਟ ਦੇ ਵਿੱਚ ਨੈਕਸਟ ਕਲੀਨਿੰਗ ਆਉਂਦੀ ਹੈ, ਜਿਹਦੇ ਵਿੱਚ ਅਸੀਂ ਡਰਟ ਔਰ ਡਸਟ ਨੂੰ ਰਿਮੂਵ ਕਰਦੇ ਹਾਂ, ਔਰ ਵਰਕ ਪਲੇਸ ਦਾ ਸਭ ਤੋਂ ਪਹਿਲਾ ਏਜੰਡਾ ਸਟਰਲਾਈਜੇਸ਼ਨ ਔਰ ਡਿਸਇਨਫੈਕਟ ਕਰਨਾ ਹੀ ਹੈ, ਕਿਉਂਕਿ ਕਲਾਇੰਟ ਦੀ ਹੈਲਥ ਜੋ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ। ਪੁਆਇੰਟਸ ਤੁਸੀਂ ਦੇਖ ਰਹੇ ਹੋ, ਸਭ ਤੋਂ ਪਹਿਲਾਂ ਕਲੀਨਿੰਗ ਦਾ ਹੈ, ਡਸਟ ਔਰ ਡਰਟ ਨੂੰ ਰਿਮੂਵ ਕਰਨ ਲਈ ਕੀਤੀ ਜਾਂਦੀ ਹੈ। ਫੰਗਸ ਔਰ ਵਾਇਰਸਿਸ, ਬੈਕਟੀਰੀਆਜ਼ ਨੂੰ ਕਿਲ ਕਰਨ ਲਈ ਡਿਸਇਨਫੈਕਟੈਂਟ ਕੀਤਾ ਜਾਂਦਾ ਹੈ। ਨੈਕਸਟ ਜੋ ਹੈ ਆਟੋਕਲੇਵ ਯੂਜ਼ ਕੀਤਾ ਜਾਂਦਾ ਹੈ, ਜਿਸ ਵਿੱਚ ਤੁਸੀਂ ਆਪਣੇ ਮੈਟਲ ਦੇ ਜੋ ਟੂਲਸ ਨੇ ਲਾਈਕ ਸੀਜ਼ਰ, ਟਵੀਜ਼ਰਸ, ਫਿਊ ਹੀਟ ਰੈਜ਼ਿਸਟੈਂਟ ਗਲਾਸਵੇਅਰ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਟੋਕਲੇਵਡ ਕਰ ਸਕਦੇ ਹੋ। ਨੈਕਸਟ ਹੈ ਸਟਰਲਾਈਜੇਸ਼ਨ ਔਰ ਸੈਨੀਟਾਈਜ਼ਿੰਗ, ਜੋ ਹੈ ਜਰਮਸ ਨੂੰ ਕੰਪਲੀਟਲੀ ਕਿਲ ਕਰਨ ਲਈ ਕੀਤੀ ਜਾਂਦੀ ਹੈ। ਤੁਸੀਂ ਹੀਟ ਯੂਜ਼ ਕਰ ਸਕਦੇ ਹੋ, ਹੀਟ ਐਂਡ ਕੈਮੀਕਲਸ ਜੋ ਹੈ ਉਹ ਡਿਸਇਨਫੈਕਟੈਂਟ ਲਈ ਯੂਜ਼ ਕੀਤੀ ਜਾਂਦੀ ਹੈ। ਹਾਊਸ ਹੋਲਡ ਬਲੀਚ ਜੋ ਹੈ ਉਹਦੇ ਵਿੱਚ 4% ਕਲੋਰੀਨ ਔਰ 70% ਅਲਕੋਹਲ ਸੋਲਿਊਸ਼ਨ ਹੈ। ਇਹ ਫਿਊ ਕੈਮੀਕਲ ਸੈਨੀਟਾਈਜ਼ਿੰਗ ਦੀਆਂ ਐਗਜ਼ਾਮਪਲਸ ਨੇ। ਨੈਕਸਟ ਪਿਕਟੋਰੀਅਲ ਦੇ ਵਿੱਚ ਤੁਸੀਂ ਇਕੁਇਪਮੈਂਟਸ ਤੇ ਮਟੀਰੀਅਲ ਦੇਖ ਸਕਦੇ ਹੋ ਜਿਹੜਾ ਕਿ ਬਿਊਟੀ ਸੈਲੂਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਟਵੀਜ਼ਰ, ਸੀਜ਼ਰ, ਪਿਊਮਿਕ ਸਟੋਨ, ਮੈਟਲ ਸਕ੍ਰੈਪਰ, ਕਿਊਟੀਕਲ ਨਿਪਰ, ਕਿਊਟੀਕਲ ਟ੍ਰਿਮਰ, ਕੋਮੇਡੋਨ ਐਕਸਟ੍ਰੈਕਟਰ, ਫੇਸ਼ੀਅਲ ਸਪੌਂਜ, ਲੂਫਾ, ਕਿਊਟੀਕਲ ਕਟਰ ਐਂਡ ਫੇਸ ਪੈਕ ਹੈ। ਇਹ ਉਹ ਇਕੁਇਪਮੈਂਟਸ ਨੇ ਜਿਨ੍ਹਾਂ ਨੂੰ ਸਟਰਲਾਈਜ਼ ਕਰਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹ ਕਲਾਇੰਟ ਦੀ ਪੂਰੀ ਬਾਡੀ 'ਤੇ ਅਸੀਂ ਯੂਜ਼ ਕਰਦੇ ਹਾਂ। ਇਹ ਉਹ ਸਭ ਇਕੁਇਪਮੈਂਟਸ ਔਰ ਟੂਲਸ ਨੇ ਜੋ ਡੇਲੀ ਬੇਸਿਸ ਦੇ ਉੱਪਰ ਸੈਲੂਨਸ ਦੇ ਵਿੱਚ ਯੂਜ਼ ਹੁੰਦੇ ਨੇ। ਪਰਸਨਲ ਪ੍ਰੈਜੈਂਟੇਸ਼ਨ ਐਂਡ ਬਿਹੇਵੀਅਰ ਵੈਰੀ ਇੰਪੋਰਟੈਂਟ। ਇੱਕ ਬਿਊਟੀ ਥੈਰੇਪਿਸਟ ਹੋਣ ਦੇ ਨਾਤੇ ਪ੍ਰੈਜੈਂਟੇਬਲ ਲੱਗਣਾ ਔਰ ਵੈਲ ਬਿਹੇਵ ਹੋਣਾ ਬਹੁਤ ਹੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੋ ਤੁਹਾਡੀ ਯੂਨੀਫਾਰਮ ਹੈ ਪ੍ਰੋਪਰ ਆਇਰਨ ਹੋਣੀ ਚਾਹੀਦੀ ਹੈ, ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਤੁਸੀਂ ਜੋ ਕੀ ਹੈ ਹੇਅਰ ਸਟਾਈਲ ਆਪਣਾ ਬਿਲਕੁਲ ਸਾਫ਼ ਸੁਥਰਾ ਬਣਾਉਣਾ ਹੈ, ਹੈਵੀ ਮੇਕਅਪ ਨਹੀਂ ਕਰਨਾ, ਆਪਣੇ ਆਪ ਨੂੰ ਤੁਸੀਂ ਫਰੈਸ਼ ਰੱਖਣਾ ਹੈ। ਤੁਹਾਡੀ ਜੋ ਬਰੀਥ ਹੈ ਉਹ ਪ੍ਰੋਪਰ ਫਰੈਸ਼ ਹੋਣੀ ਚਾਹੀਦੀ ਹੈ। ਆਪਣੇ ਨੇਲਸ ਨੂੰ ਟ੍ਰਿਮ ਐਂਡ ਕਲੀਨ ਰੱਖਣਾ ਹੈ, ਘੱਟ ਤੋਂ ਘੱਟ ਜੁਐਲਰੀ ਵੇਅਰ ਕਰਨੀ ਹੈ। ਇੰਪੋਰਟੈਂਟ, ਬੀ ਪੋਲਾਈਟ ਵਿਦ ਯੂਅਰ ਕਲਾਇੰਟ। ਤੁਸੀਂ ਬਹੁਤ ਹੀ ਪਿਆਰ ਨਾਲ ਆਪਣੇ ਕਲਾਇੰਟ ਨਾਲ ਗੱਲਬਾਤ ਕਰਨੀ ਹੈ ਤਾਂ ਕਿ ਉਹ ਕੰਫਰਟੇਬਲ ਫੀਲ ਕਰ ਸਕੇ। ਆਪਣੇ ਕਲਾਇੰਟ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਔਰ ਪੇਸ਼ੈਂਟਲੀ ਸੁਣਨਾ ਹੈ ਕਿ ਤੁਸੀਂ ਸਮਝ ਸਕੋ ਕਿ ਉਹ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ, ਔਰ ਤੁਸੀਂ ਉਹਨੂੰ ਜੋ ਸਰਵਿਸਿਜ਼ ਦੇ ਰਹੇ ਹੋ, ਟ੍ਰੀਟਮੈਂਟ ਦੇ ਰਹੇ ਹੋ, ਅਗਰ ਤੁਸੀਂ ਉਸ ਵਿੱਚ ਲੇਟ ਹੋ ਜਾਂਦੇ ਹੋ ਤਾਂ ਤੁਸੀਂ ਉਹਨੂੰ ਕਨਵਿੰਸ ਕਰਕੇ ਦੱਸਣਾ ਹੈ, ਔਰ ਆਪਣੇ ਹੈਂਡਸ ਨੂੰ ਪ੍ਰੋਪਰ ਵਾਸ਼ ਕਰਨਾ ਹੈ ਪ੍ਰੋਸੀਜਰ ਸਟਾਰਟ ਕਰਨ ਤੋਂ ਪਹਿਲਾਂ। ਨੈਕਸਟ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਸੇਫ ਡਿਸਪੋਜ਼ਲ ਆਫ ਵੇਸਟ। ਕਿਵੇਂ ਕਰਨਾ ਹੈ ਤੁਸੀਂ
ਵੇਸਟ ਨੂੰ ਡਿਸਪੋਜ਼ ਆਫ ਕਰਨਾ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਇਹ ਸਭ ਦੀ ਹੈਲਥ ਲਈ ਇੱਕ ਹਜ਼ਾਰਡਸ ਹੈ ਔਰ ਇਸ ਨਾਲ ਸੈਲੂਨ ਦੀ ਉੱਤੇ ਬੈਡ ਇੰਪ੍ਰੈਸ਼ਨ ਵੀ ਪੈਂਦਾ ਹੈ ਅਗਰ ਤੁਸੀਂ ਪ੍ਰੋਪਰ ਡਿਸਪੋਜ਼ ਆਫ ਨਹੀਂ ਕਰਦੇ ਵੇਸਟ ਦਾ। ਨੈਕਸਟ ਅਸੀਂ ਕੁਝ ਪੁਆਇੰਟਸ ਪੜਾਂਗੇ ਇਸ ਬਾਰੇ, ਜਿਸ ਨਾਲ ਵੇਸਟ ਨੂੰ ਡਿਸਪੋਜ਼ ਆਫ ਕਰਨ ਦੀ ਪ੍ਰੋਪਰ ਗਾਈਡੈਂਸ ਮਿਲੇਗੀ। ਇਨਫੈਕਸ਼ਨ ਔਰ ਕੰਟੈਮੀਨੇਸ਼ਨ ਤੋਂ ਬਚਣ ਲਈ ਵੇਸਟ ਨੂੰ ਡਿਸਪੋਜ਼ ਆਫ ਕਰਨਾ ਇਜ਼ ਵੈਰੀ ਇੰਪੋਰਟੈਂਟ। ਵਰਕ ਪਲੇਸ ਨੂੰ ਕਲੀਨ ਕਰਨ ਦੇ ਟਾਈਮ ਕਲਾਇੰਟਸ ਨੂੰ ਬਿਲਕੁਲ ਵੀ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਔਰ ਤੁਸੀਂ ਪ੍ਰੋਪਰ ਇੰਸਟਰਕਸ਼ਨਸ ਫੋਲੋ ਕਰਕੇ ਆਪਣੇ ਵਰਕ ਏਰੀਆ ਨੂੰ ਕਲੀਨ ਕਰਨਾ ਹੈ, ਇਕਵਿਪਮੈਂਟਸ ਨੂੰ ਕਲੀਨ ਕਰਨਾ ਹੈ, ਸ਼ੀਟਸ, ਟਾਵਲਸ, ਗਾਊਨਸ ਨੂੰ ਚੇਂਜ ਕਰਨਾ ਹੈ ਨੈਕਸਟ ਸਰਵਿਸ ਲਈ। ਸ਼ੀਟਸ, ਟਾਵਲਸ ਔਰ ਗਾਊਨਸ ਜੋ ਤੁਸੀਂ ਚੇਂਜ ਕਰਨੇ ਹੈ ਉਹ ਤੁਹਾਡੇ ਲਾਉਂਡਰੀ ਬਾਸਕਿਟਸ ਦੇ ਵਿੱਚ ਨਾਲ ਦੀ ਨਾਲ ਰੱਖਣੇ ਹੈ ਔਰ ਜੋ ਤੁਸੀਂ ਡਿਸਇਨਫੈਕਟੈਂਟ ਕਰਨਾ ਹੈ ਆਪਣਾ ਵਰਕ ਪਲੇਸ ਉਹ ਪ੍ਰੋਪਰ ਗਾਈਡਲਾਈਨਸ ਦੇ ਥਰੂ ਕਰਨਾ ਹੈ। ਕਟਿੰਗ ਸ਼ੀਟਸ ਨੂੰ ਵੀ ਪ੍ਰੋਪਰ ਕਲੀਨ ਕਰਨਾ ਹੈ ਤੁਸੀਂ। ਨੈਕਸਟ ਹੈ ਸਟੋਰੇਜ ਆਫ ਟੂਲਸ ਐਂਡ ਇਕਵਿਪਮੈਂਟਸ। ਤੁਸੀਂ ਕਿਸ ਤਰ੍ਹਾਂ ਆਪਣੇ ਟੂਲਸ ਔਰ ਇਕਵਿਪਮੈਂਟਸ ਨੂੰ ਸਟੋਰ ਕਰਨਾ ਹੈ। ਟੂਲਸ ਨੂੰ ਪ੍ਰੋਪਰ ਕਲੀਨ, ਸਟਰਲਾਈਜ਼ਡ ਔਰ ਡਿਸਇਨਫੈਕਟੈਂਟ ਕਰਨਾ ਹੈ ਤੁਸੀਂ ਔਰ ਜੋ ਸ਼ਾਰਪ ਟੂਲਸ ਨੇ ਉਹਨਾਂ ਨੂੰ ਕਦੀ ਵੀ ਆਪਣੀ ਯੂਨੀਫਾਰਮ ਦੀ ਪੋਕਟਸ ਦੇ ਵਿੱਚ ਨਹੀਂ ਰੱਖਣਾ ਹੈ ਔਰ ਟੂਲਸ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਜਗ੍ਹਾ 'ਤੇ ਰੱਖਣਾ ਹੈ ਤਾਂ ਕਿ ਕੋਈ ਇੰਜਰੀ ਨਾ ਹੋ ਸਕੇ ਔਰ ਜੋ ਇਲੈਕਟ੍ਰੀਕਲ ਅਪਲਾਈਐਂਸਿਸ ਹੈ ਉਹਨਾਂ ਨੂੰ ਵੀ ਤੁਸੀਂ ਪ੍ਰੋਪਰ ਤਰੀਕੇ ਨਾਲ ਡੀਲਿੰਗ ਕਰਨੀ ਹੈ। ਔਨ ਆਫ ਸਵਿਚ ਦਾ ਦੇਖਣਾ ਔਰ ਵਾਇਰਸ ਦਾ ਦੇਖਣਾ ਕਿ ਹਰ ਇੱਕ ਚੀਜ਼ ਜੋ ਹੈ ਪ੍ਰੋਪਰ ਠੀਕ ਹੈ ਤਾਂ ਹੀ ਤੁਸੀਂ ਉਹਨੂੰ ਯੂਜ਼ ਕਰੋਗੇ ਔਰ ਦੈਨ ਯੂਜ਼ ਤੋਂ ਬਾਅਦ ਉਹਨੂੰ ਉਹਦੀ ਜਗ੍ਹਾ 'ਤੇ ਵਾਪਸ ਰੱਖੋਗੇ। ਸ਼ਾਰਪ ਟੂਲਸ ਨੂੰ ਸਟੋਰ ਕਰਨ ਲਈ ਤੁਸੀਂ ਟਰੇਜ਼ ਯੂਜ਼ ਕਰੋਗੇ ਸੋ ਦੈਟ ਕਿ ਤੁਸੀਂ ਈਜ਼ੀਲੀ ਉਹਨੂੰ ਪਿਕ ਔਰ ਦੈਨ ਉਹਨੂੰ ਉਸ ਤੋਂ ਬਾਅਦ ਉਹਦੀ ਜਗ੍ਹਾ 'ਤੇ ਵਾਪਸ ਈਜ਼ੀਲੀ ਰੱਖ ਸਕੋ। ਹਰ ਸੈਲੂਨ ਦੇ ਰੂਲਸ ਐਂਡ ਨੋਰਮਸ ਹੁੰਦੇ ਨੇ। ਨੈਕਸਟ ਹੈ ਸਾਡੇ ਕੋਲ ਕੰਪਲਾਈਂਸ ਆਫ ਰੂਲਸ ਐਂਡ ਨੋਰਮਸ। ਹਰ ਯੂਨੀਅਨ ਟੈਰੀਟਰੀਜ਼ ਔਰ ਸਟੇਟਸ ਦੇ ਰੂਲਸ ਐਂਡ ਰੈਗੂਲੇਸ਼ਨਸ ਅਲੱਗ-ਅਲੱਗ ਨੇ। ਅਗਰ ਤੁਸੀਂ ਬਿਊਟੀ ਸੈਲੂਨ ਸੈਟਅਪ ਕੀਤਾ ਹੈ ਤਾਂ 30 ਵਰਕਿੰਗ ਡੇਜ਼ ਦੇ ਅੰਦਰ ਤੁਸੀਂ ਉਸਨੂੰ ਰਜਿਸਟਰ ਕਰਵਾਉਣਾ ਹੈ। ਇੰਪਲੋਇਜ਼ ਦੀਆਂ ਗਾਈਡਲਾਈਨਸ ਔਰ ਓਪਨਿੰਗ ਕਲੋਜ਼ਿੰਗ ਦੀਆਂ ਗਾਈਡਲਾਈਨਸ ਇਸਟੈਬਲਿਸ਼ ਕਰਨ ਦੀਆਂ, ਇੰਪਲੋਇਜ਼ ਕਦੋਂ ਆਉਣਗੇ ਕਦੋਂ ਜਾਣਗੇ ਇਸ ਦੀਆਂ ਗਾਈਡਲਾਈਨਸ ਨੂੰ ਇਸਟੈਬਲਿਸ਼ ਕਰਨਾ ਔਰ ਪ੍ਰੋਪਰ ਰਿਕਾਰਡ, ਲਾਇਸੈਂਸ ਔਰ ਸਰਟੀਫਿਕੇਟਸ ਮੇਨਟੇਨ ਕਰਨਾ, ਇਹ ਸਭ ਰੂਲਸ ਔਰ ਨੋਰਮਸ ਦੇ ਅੰਡਰ ਆਉਂਦਾ ਹੈ। ਰਿਸਪੌਂਸਿਬਿਲਿਟੀ ਆਫ ਬਿਊਟੀ ਥੈਰੇਪਿਸਟ ਬਹੁਤ ਹੀ ਇੰਪੋਰਟੈਂਟ ਹੈ ਜਿਸ ਵਿੱਚ ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋ। ਸਭ ਤੋਂ ਪਹਿਲਾਂ ਹੈ ਕਿ ਤੁਸੀਂ ਆਪਣੇ ਕਲਾਇੰਟ ਨੂੰ ਜੋ ਉਹ ਕਹਿ ਰਿਹਾ ਹੈ ਉਹਦੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਨਾ, ਉਸਨੂੰ ਤੁਸੀਂ ਕੁਐਸਚਨ ਪੁੱਛਣਾ ਤਾਂ ਕਿ ਤੁਸੀਂ ਉਸ ਦੀ ਸਕਿਨ ਬਾਰੇ, ਉਸ ਦੀ ਮੇਕਅਪ ਪ੍ਰੋਡਕਟਸ ਬਾਰੇ ਜਾਣ ਸਕੋ। ਕਲਾਇੰਟ ਨੂੰ ਐਮਰਜੈਂਸੀ ਪ੍ਰੋਸੀਜਰ ਲਈ ਇਨਫੋਰਮ ਕਰਨਾ ਅਗਰ ਰਿਕੁਆਇਰਡ ਨੇ। ਤੁਸੀਂ ਅਗਰ ਆਪਣੇ ਕਲਾਇੰਟ ਨੂੰ ਅਟੈਂਡ ਕਰ ਰਹੇ ਹੋ ਤਾਂ ਨੈਕਸਟ ਆਉਣ ਵਾਲੇ ਵੇਟਿੰਗ ਕਲਾਇੰਟ ਨੂੰ ਵੀ ਤੁਸੀਂ ਅਪਡੇਟ ਦੋਗੇ ਕਿ ਕਿੰਨੇ ਟਾਈਮ 'ਚ ਉਹਦੀਆਂ ਸਰਵਿਸਿਜ਼ ਸਟਾਰਟ ਕੀਤੀਆਂ ਜਾਣਗੀਆਂ। ਕਲਾਇੰਟ ਨੂੰ ਪ੍ਰੋਪਰ ਪ੍ਰੀਪੇਅਰ ਕਰਨਾ ਟਰੀਟਮੈਂਟ ਲਈ ਔਰ ਪ੍ਰੋਪਰ ਉਹਨੂੰ ਪ੍ਰੋਟੈਕਟਿਵ ਵੇ ਨਾਲ ਟਰੀਟਮੈਂਟ ਦੇਣਾ ਔਰ ਆਪਣੇ ਪ੍ਰੋਡਕਟ, ਇਕਵਿਪਮੈਂਟ ਔਰ ਟੂਲ ਨੂੰ ਸਰਵਿਸ ਦੇ ਤੋਂ ਪਹਿਲਾਂ ਸਹੀ ਤਰੀਕੇ ਨਾਲ ਅਰੇਂਜ ਕਰਨਾ ਵੀ ਇੱਕ ਬਿਊਟੀ ਥੈਰੇਪਿਸਟ ਦੀ ਰਿਸਪੌਂਸਿਬਿਲਿਟੀ ਹੈ। ਇੰਪੋਰਟੈਂਟ ਚੀਜ਼ ਕਿ ਤੁਹਾਡੇ ਜਿਹੜੇ ਟੂਲਸ, ਇਕਵਿਪਮੈਂਟਸ ਹੈ ਪ੍ਰੋਪਰ ਸਟਰਲਾਈਜ਼ ਔਰ ਡਿਸਇਨਫੈਕਟੈਂਟ ਹੋਣੇ ਚਾਹੀਦੇ ਹੈ ਟਰੀਟਮੈਂਟ ਦੇਣ ਤੋਂ ਪਹਿਲਾਂ ਵੀ ਔਰ ਬਾਅਦ 'ਚੋਂ ਵੀ। ਅਗਰ ਕਲਾਇੰਟ ਦੇ ਫੇਸ ਦੇ ਉੱਪਰ ਕੋਈ ਪ੍ਰੋਬਲਮ ਹੋ ਗਈ ਹੈ ਤਾਂ ਤੁਸੀਂ ਆਪਣੀ ਸਰਵਿਸ ਨੂੰ ਉੱਥੇ ਹੀ ਰੋਕ ਦੋਗੇ ਔਰ ਪ੍ਰੋਪਰ ਉਹਨੂੰ ਐਡਵਾਈਸ ਔਰ ਰਿਕਮੈਂਡੇਸ਼ਨਸ ਦੋਗੇ ਔਰ ਕਲਾਇੰਟ ਦੇ ਪ੍ਰੋਸੀਜਰ ਕਰਨ ਤੋਂ ਬਾਅਦ ਤੁਸੀਂ ਇੰਸ਼ੋਰ ਕਰੋਗੇ ਕਿ ਉਸਦੀ ਸਕਿਨ ਪ੍ਰੋਪਰ ਕਲੀਨ ਹੋਵੇ, ਟੋਨਡ ਅਪ ਹੋਵੇ ਔਰ ਮੋਇਸਚਰਾਈਜ਼ਡ ਹੋਵੇ। ਪ੍ਰੋਵਾਈਡ ਸਪੈਸੀਫਿਕ ਪੋਸਟ ਕੇਅਰ, ਤੁਸੀਂ ਦੱਸੋਗੇ ਉਹਨਾਂ ਨੂੰ ਹੋਮ ਕੇਅਰ ਐਡਵਾਈਸ ਦੋਗੇ ਔਰ ਕਿਹੜੇ ਪ੍ਰੋਡਕਟ ਉਹਨਾਂ ਨੇ ਯੂਜ਼ ਕਰਨੇ ਹੈ ਔਰ ਨੈਕਸਟ ਸਰਵਿਸ ਲਈ ਉਹਨਾਂ ਨੇ ਕਦੋਂ ਆਉਣਾ ਹੈ ਇਸ ਬਾਰੇ ਵੀ ਤੁਸੀਂ ਉਹਨਾਂ ਨੂੰ ਪ੍ਰੋਪਰ ਦੱਸੋਗੇ। ਨੈਕਸਟ ਵੈਰੀ ਇੰਪੋਰਟੈਂਟ ਪੁਆਇੰਟ ਹੈ ਹੈਲਥ ਐਂਡ ਸੇਫਟੀ ਇਨ ਦਾ ਵਰਕ ਏਰੀਆ। ਕੰਮ ਕਰਨ ਵਾਲੀ ਜਗ੍ਹਾ ਦੇ ਉੱਤੇ ਤੁਹਾਡੀ ਸਿਹਤ ਔਰ ਸੇਫਟੀ ਬਹੁਤ ਹੀ ਇੰਪੋਰਟੈਂਟ ਹੈ ਜਿਸ ਵਿੱਚ ਅਲੱਗ-ਅਲੱਗ ਬਿਊਟੀ ਸੈਲੂਨਸ ਦੇ ਰਿਲੇਟਿਡ ਪੁਆਇੰਟਸ ਆਉਂਦੇ ਨੇ। ਕਈ ਇਕਵਿਪਮੈਂਟਸ ਔਰ ਪ੍ਰੋਡਕਟਸ ਜੋ ਸੈਲੂਨ ਦੇ ਵਿੱਚ ਹੁੰਦੇ ਨੇ ਉਹ ਐਕਸੀਡੈਂਟ ਕਾਜ਼ ਕਰਦੇ ਨੇ ਜਿਸ ਕਰਕੇ ਕਲਾਇੰਟ ਔਰ ਸਟਾਫ ਸੈਲੂਨ ਦੀ ਜੋ ਹੈਲਥ ਔਰ ਸੇਫਟੀ ਦੇ ਉੱਤੇ ਰਿਸਕ ਆਉਂਦਾ ਹੈ। ਇਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਨ ਲਈ ਮੇਨ ਪੁਆਇੰਟਸ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਐਵੈਲੂਏਟ ਕਰੋਗੇ ਕਿ ਕਿਸ ਤਰ੍ਹਾਂ ਦਾ ਰਿਸਕ ਹੋ ਸਕਦਾ ਹੈ। ਹੈਲਥ ਐਂਡ ਸੇਫਟੀ ਲਾਜ਼, ਵਰਕ ਪਲੇਸ ਪੋਲਿਸੀਜ਼, ਮੇਨਟੇਨਿੰਗ ਹਾਈਜੀਨ ਇਨ ਦਾ ਵਰਕ ਪਲੇਸ।
ਸੇਫਟੀ ਐਂਡ ਸਿਕਿਉਰਿਟੀ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਹੈ ਫਾਇਰ ਸੇਫਟੀ। ਸੈਲੂਨਸ ਦੇ ਵਿੱਚ ਕਈ ਆਈਟਮ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਫਾਇਰ ਨੂੰ ਕਾਜ਼ ਕਰਦੀਆਂ ਨੇ, ਔਰ ਇਸ ਚੀਜ਼ ਤੋਂ ਤੁਸੀਂ ਬਹੁਤ ਹੀ ਅਵੇਅਰ ਰਹਿਣਾ ਹੈ ਫਲੇਮੇਬਲ ਆਈਟਮਸ ਤੋਂ ਜਿਹੜੀਆਂ ਕਿ ਸੈਲੂਨ ਦੇ ਵਿੱਚ ਯੂਜ਼ ਹੁੰਦੀਆਂ ਨੇ, ਜਿਨ੍ਹਾਂ ਵਿੱਚੋਂ ਕੁਝ ਆਈਟਮਸ ਨੇ ਕੰਬਸਟੀਬਲ ਆਇਲਸ, ਫਲੇਮੇਬਲ ਲਿਕੁਇਡ ਐਂਡ ਗੈਸਿਸ, ਫਿਊਲ ਫਾਇਰਡ ਇਕਵਿਪਮੈਂਟਸ ਔਰ ਰੈਫਰੀਜਰੇਸ਼ਨ ਇਕਵਿਪਮੈਂਟਸ, ਇਹ ਜੋ ਨੇ ਫਾਇਰ ਨੂੰ ਕਾਜ਼ ਕਰਦੀਆਂ ਨੇ। ਕੁਝ ਇੰਪੋਰਟੈਂਟ ਸੇਫਟੀਜ਼ ਨੇ ਫਾਇਰ ਦੇ ਵਿੱਚ, ਬਿਊਟੀ ਇਲੈਕਟ੍ਰੀਕਲ ਸੇਫਟੀ, ਕੈਮੀਕਲ ਸੇਫਟੀ, posture, lifting and carrying, parlor hygiene which is very important। ਇਹ 5 ਮੇਨ ਸੇਫਟੀ ਮੈਜਰਮੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਜ਼ਰੂਰ ਫੋਲੋ ਕਰਨਾ ਹੈ ਇੱਕ ਅੱਛਾ ਬਿਜ਼ਨਸ ਔਰ ਸੈਲੂਨ ਰਨ ਕਰਨ ਲਈ, ਵਿਚ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਤੁਹਾਡਾ ਜਿਹੜਾ ਸੈਲੂਨ ਸਟਾਫ ਹੈ ਔਰ ਜਿਹੜੇ ਕਲਾਇੰਟਸ ਹੈ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ, ਔਰ ਇਹਨਾਂ ਦੀ ਸੇਫਟੀ ਦਾ ਧਿਆਨ ਰੱਖਣਾ ਇੱਕ ਬਹੁਤ ਹੀ ਵੱਡੀ ਰਿਸਪੌਂਸਿਬਿਲਟੀ ਹੈ। ਨੈਕਸਟ ਪਿਕਟੋਰੀਅਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਾਈਪਸ ਆਫ ਫਾਇਰ, A, B, C, D ਐਂਡ K। ਸਾਰੀਆਂ ਫਾਇਰਸ ਇੱਕ ਤਰ੍ਹਾਂ ਦੀ ਨਹੀਂ ਹੁੰਦੀਆਂ, 5 ਟਾਈਪਸ ਦੀਆਂ ਫਾਇਰਸ ਹੁੰਦੀਆਂ ਨੇ। ਕਲਾਸ A ਦੀ ਜੋ ਫਾਇਰ ਹੈ ਉਹ ਆਰਡੀਨਰੀ ਕੰਬਸਟੀਬਲ ਲਾਈਕ ਵੁੱਡ, ਪੇਪਰ, ਕਲੋਥ, ਥ੍ਰੈਸ਼ ਐਂਡ ਪਲਾਸਟਿਕ ਤੋਂ ਪ੍ਰੋਡਿਊਸ ਹੁੰਦੀ ਹੈ। ਇਸ ਨੂੰ ਅਸੀਂ ਪਾਣੀ ਨਾਲ ਈਜ਼ੀਲੀ ਬੁਝਾ ਸਕਦੇ ਹਾਂ। ਨੈਕਸਟ ਫਲੇਮੇਬਲ ਲਿਕੁਇਡਸ ਹੈ ਜਿਵੇਂ ਕਿ ਤੇਲ, ਗੈਸੋਲੀਨ, ਪੈਟਰੋਲ। ਨੈਕਸਟ ਜੋ ਹੈ ਮੋਟਰ ਟਰਾਂਸਫਾਰਮਰਸ ਤੋਂ ਪ੍ਰੋਡਿਊਸ ਹੁੰਦੀ ਹੈ, ਇਸ ਨੂੰ ਕਾਰਬਨ ਡਾਈਆਕਸਾਈਡ ਨਾਲ ਅਸੀਂ ਬੁਝਾ ਸਕਦੇ ਹਾਂ। ਨੈਕਸਟ ਵਨ ਜੋ ਕਲਾਸ D ਦੀ ਹੈ ਕੰਬਸਟੀਬਲ ਮੈਟਲ ਲਾਈਕ ਪੋਟੈਸ਼ੀਅਮ, ਸੋਡੀਅਮ, ਐਲੂਮੀਨੀਅਮ, ਮੈਗਨੀਸ਼ੀਅਮ ਐਂਡ ਟਾਈਟੇਨੀਅਮ। ਇਸ ਨੂੰ ਅਸੀਂ ਅਬਜ਼ੋਰਬਿੰਗ ਹੀਟ ਔਰ ਸਮਥਿੰਗ ਇਟ ਵੈਲ ਕੈਨ ਬੀ ਯੂਜ਼ਡ। ਔਰ ਜੋ ਕਲਾਸ K ਹੈ ਕਾਮਨਲੀ ਰਿਲੇਟਿਡ ਟੂ ਕਿਚਨ ਫਾਇਰਸ ਹੈ, ਜਿਹੜੀ ਕਿ ਕੁਕਿੰਗ ਆਇਲ, ਗਰੀਸ, ਐਨੀਮਲ ਵੈਜੀਟੇਬਲ ਆਇਲ ਤੋਂ ਪੈਦਾ ਹੁੰਦੀ ਹੈ। ਇਸ ਨੂੰ ਅਸੀਂ ਵੈਟ ਕੈਮੀਕਲ ਐਸਟਿੰਗੁਇਸ਼ਰਸ ਨਾਲ ਬੁਝਾ ਸਕਦੇ ਹਾਂ। ਡਿਫਰੈਂਟ ਟਾਈਪ ਆਫ ਫਾਇਰਸ ਤੋਂ ਬਾਅਦ ਹੈ ਟਾਈਪਸ ਆਫ ਫਾਇਰ ਐਸਟਿੰਗੁਇਸ਼ਰ। ਜਿਸ ਤਰ੍ਹਾਂ ਅੱਗ ਅਲੱਗ-ਅਲੱਗ ਤਰੀਕੇ ਦੀ ਹੁੰਦੀ ਹੈ, ਉਸ ਤਰ੍ਹਾਂ ਉਸ ਨੂੰ ਬੁਝਾਉਣ ਲਈ ਵੀ ਅਲੱਗ-ਅਲੱਗ ਫਾਇਰ ਐਸਟਿੰਗੁਇਸ਼ਰ ਦਾ ਯੂਜ਼ ਕੀਤਾ ਜਾਂਦਾ ਹੈ। ਫਾਇਰ ਐਸਟਿੰਗੁਇਸ਼ਰ ਨੂੰ ਇੰਸਟਾਲ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਔਰ ਉਸ ਨੂੰ ਮੇਨਟੇਨ ਕਰਨਾ ਵੀ, ਕਿਉਂਕਿ ਵਰਕ ਪਲੇਸ ਦੇ ਉੱਤੇ ਦੁਰਘਟਨਾ ਹੋਣ ਲੱਗੇ ਨਹੀਂ ਪਤਾ ਲੱਗਦਾ ਹੈ। ਔਰ ਫਾਇਰ ਜੋ ਹੈ ਹੀਟ, ਗਰਮੀ, ਆਕਸੀਜਨ ਯਾਨੀ ਕਿ ਹਵਾ ਅਤੇ ਫਿਊਲ, ਇਹਨਾਂ 3 ਚੀਜ਼ਾਂ ਦੀ ਵਜ੍ਹਾ ਕਰਕੇ ਬਣਦੀ ਹੈ ਜਾਂ ਪ੍ਰੋਡਿਊਸ ਹੁੰਦੀ ਹੈ। ਅੱਗ ਨੂੰ ਬੁਝਾਉਣ ਲਈ ਇਹਨਾਂ ਤਿੰਨਾਂ ਵਿੱਚੋਂ ਯਾਨੀ ਕਿ ਹੀਟ, ਆਕਸੀਜਨ ਤੇ ਫਿਊਲ ਵਿੱਚੋਂ ਇੱਕ ਚੀਜ਼ ਨੂੰ ਰਿਮੂਵ ਕਰਨਾ ਪੈਂਦਾ ਹੈ, ਜਿਸ ਨਾਲ ਅੱਗ ਬੁਝ ਜਾਂਦੀ ਹੈ। ਸਭ ਤੋਂ ਪਹਿਲਾਂ ਹੈ ਵੈਟ ਕੈਮੀਕਲ ਐਸਟਿੰਗੁਇਸ਼ਰ ਔਰ ਅਗਲਾ ਹੈ ਫੋਮ ਐਕਸਟਿੰਗੁਇਸ਼ਰ, ਜਿਹਦੇ ਵਿੱਚ ਵੈਟ ਕੈਮੀਕਲ ਵਾਲੇ ਵਿੱਚ ਕੁਕਿੰਗ ਆਇਲ, ਪੇਪਰ, ਕਲੋਥ, ਐਨੀਮਲ ਔਰ ਵੈਜੀਟੇਬਲ ਫੈਟ, ਔਰ ਫੋਮ ਵਾਲੇ 'ਚ ਆਇਲ ਬੇਸਡ ਪੇਂਟਸ, ਗਰੀਸ ਔਰ ਹਾਈਡਰੋਕਾਰਬਨ ਨੂੰ ਬੁਝਾਉਣ ਦੀ ਸ਼ਕਤੀ ਹੈ। ਵੈਟ ਕੈਮੀਕਲ ਐਸਟਿੰਗੁਇਸ਼ਰ ਉਸ ਅੱਗ ਨੂੰ ਬੁਝਾਉਂਦਾ ਹੈ ਜਿਹੜੀ ਕਿ ਕੁਕਿੰਗ ਫਾਇਰ ਜਾਂ ਆਰਡੀਨਰੀ ਕੰਬਸਟੀਬਲ ਚੀਜ਼ਾਂ ਤੋਂ ਬਣਦੀ ਹੈ। ਫੋਮ ਐਸਟਿੰਗੁਇਸ਼ਰ ਫਲੇਮੇਬਲ ਲਿਕੁਇਡਸ ਹੁੰਦੇ ਨੇ ਜੋ ਉਹਨਾਂ ਤੋਂ ਜਿਹੜੀ ਅੱਗ ਪੈਦਾ ਹੁੰਦੀ ਆ ਉਹਨਾਂ ਨੂੰ ਬੁਝਾਉਣ ਦੇ ਵਿੱਚ ਜਿਹੜਾ ਹੈ ਕੰਮ ਆਉਂਦਾ ਹੈ। ਵਾਟਰ ਐਸਟਿੰਗੁਇਸ਼ਰ ਜੋ ਹੈ ਕੰਮ ਕਰਦਾ ਹੈ ਉਸ ਅੱਗ ਤੇ ਜਿਹੜੀ ਕਿ ਆਰਡੀਨਰੀ ਚੀਜ਼ਾਂ ਤੋਂ ਪੈਦਾ ਹੁੰਦੀ ਹੈ ਲਾਈਕ ਪੇਪਰ, ਵੁੱਡ ਐਂਡ ਕਲੋਥ। ਜਿਹੜੀ ਹੈਲੋਨ ਐਸਟਿੰਗੁਇਸ਼ਰ ਹੈ ਉਹ ਅੱਗ ਪੈਦਾ ਹੁੰਦੀ ਹੈ ਮੈਟਲਸ ਤੋਂ, ਜਿਵੇਂ ਕਿ ਸੋਡੀਅਮ, ਪੋਟੈਸ਼ੀਅਮ, ਟਾਈਟੇਨੀਅਮ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ। ਉਹਨਾਂ ਤੋਂ ਜਿਹੜੀ ਅੱਗ ਪੈਦਾ ਹੁੰਦੀ ਹੈ ਉਹਨਾਂ ਨੂੰ ਬੁਝਾਉਣ ਦੇ ਵਿੱਚ ਜਿਹੜਾ ਹੈਲੋਨ ਐਸਟਿੰਗੁਇਸ਼ਰ ਹੈ ਉਹ ਬਹੁਤ ਹੀ ਕਾਰਗਰ ਕੰਮ ਕਰਦਾ ਹੈ। ਲਾਸਟ ਬਟ ਨੋਟ ਲੀਸਟ ਪਾਊਡਰ ਐਕਸਟਿੰਗੁਇਸ਼ਰ, CO2 ਐਕਸਟਿੰਗੁਇਸ਼ਰ। ਪਾਊਡਰ ਐਕਸਟਿੰਗੁਇਸ਼ਰ ਉਸ ਅੱਗ ਨੂੰ ਬੁਝਾਉਂਦਾ ਹੈ ਜਿਹੜੀ ਕਿ ਇਲੈਕਟ੍ਰੋਨਿਕਲ ਜਾਂ ਇਲੈਕਟ੍ਰੀਕਲ ਅਪਲਾਇੰਸਿਸ ਤੋਂ ਪੈਦਾ ਹੁੰਦੀ ਹੈ। CO2 ਐਕਸਟਿੰਗੁਇਸ਼ਰ ਉਸ ਅੱਗ ਨੂੰ ਬੁਝਾਉਂਦਾ ਹੈ ਜਿਹੜੀ ਕਿ ਬਾਕੀ ਸਭ ਚੀਜ਼ਾਂ ਤੋਂ ਪ੍ਰੋਡਿਊਸ ਹੋਏ ਉਸ ਨੂੰ ਬੁਝਾਉਂਦਾ ਹੈ। ਸਿਰਫ ਮੈਟਲ ਤੋਂ ਜਿਹੜੀ ਪ੍ਰੋਡਿਊਸ ਹੁੰਦੀ ਹੈ ਅੱਗ ਉਸ ਨੂੰ ਨਹੀਂ ਬੁਝਾ ਪਾਉਂਦਾ ਹੈ ਇਹ। ਸੋ ਇਹ 6 ਤਰ੍ਹਾਂ ਦੇ ਅਸੀਂ ਫਾਇਰ ਐਸਟਿੰਗੁਇਸ਼ਰ ਪੜ੍ਹੇ ਨੇ ਜਿਨ੍ਹਾਂ ਨੂੰ ਸਾਨੂੰ ਸੈਲੂਨ ਏਰੀਆ ਦੇ ਵਿੱਚ ਇੰਸਟਾਲ ਔਰ ਪ੍ਰੋਪਰ ਮੇਨਟੇਨੈਂਸ ਇਹਨਾਂ ਦੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਦੁਰਘਟਨਾਵਾਂ ਤੋਂ ਬਚ ਸਕੀਏ। ਨੈਕਸਟ ਟੌਪਿਕ ਇਜ਼ ਵੈਰੀ ਇੰਪੋਰਟੈਂਟ, ਇਲੈਕਟ੍ਰੀਕਲ ਸੇਫਟੀ ਵਿਚ ਇਜ਼ ਵੈਰੀ ਨੈਸੈਸਿਟੀ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਅਪਲਾਇੰਸਿਸ ਤੋਂ ਇੱਕੋਦਮ ਸ਼ੌਕ ਲੱਗਦਾ ਹੈ ਕਿਉਂਕਿ ਅਪਲਾਇੰਸਿਸ ਡੈਮੇਜ ਹੋਏ ਹੁੰਦੇ ਨੇ ਔਰ ਪਤਾ ਨਹੀਂ ਲੱਗਦਾ ਹੈ। ਇਸ ਕਰਕੇ ਤੁਸੀਂ ਬਹੁਤ ਹੀ ਧਿਆਨ ਨਾਲ ਆਪਣੀ ਇਲੈਕਟ੍ਰੀਕਲ ਅਪਲਾਇੰਸਿਸ ਔਰ ਇਕਵਿਪਮੈਂਟਸ ਨੂੰ ਹੈਂਡਲ ਕਰਨਾ ਹੈ ਤਾਂ ਕਿ ਤੁਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਚੈੱਕ ਕਰ ਸਕੋ ਔਰ ਉਹਨਾਂ ਨੂੰ ਆਇਡੈਂਟੀਫਾਈ ਕਰ ਸਕੋ ਅਗਰ ਉਹਨਾਂ ਦੇ ਵਿੱਚ ਕੋਈ ਫਾਲਟ ਹੈ, ਤਾਂ ਕਿ ਮੇਜਰ ਸ਼ੌਕ ਤੋਂ ਔਰ ਮੇਜਰ ਐਕਸੀਡੈਂਟ ਤੋਂ ਬਚਿਆ ਜਾ ਸਕੇ।
ਅਗਰ ਕਿਸੇ ਨੂੰ ਸ਼ੌਕ ਲੱਗ ਜਾਂਦਾ ਹੈ ਤਾਂ ਉਸਨੂੰ ਰੈਸਕਿਊ ਕਰਨ ਦੇ ਟੈਕਨੀਕਸ ਨੇ ਡਾਕਟਰ ਦੇ ਆਉਣ ਤੋਂ ਪਹਿਲਾਂ ਕਿ ਤੁਸੀਂ ਵਿਕਟਿਮ ਨੂੰ ਹੱਥ ਨਾ ਲਗਾਓ, ਨਹੀਂ ਤਾਂ ਤੁਹਾਨੂੰ ਵੀ ਸ਼ੌਕ ਲੱਗ ਸਕਦਾ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਉਸਨੂੰ ਕਰੰਟ ਦੇ ਸੋਰਸ ਤੋਂ ਦੂਰ ਕਰ ਪਾਓ। ਤੁਸੀਂ ਮੇਨ ਸਵਿਚ ਜੋ ਹੈ ਉਸਨੂੰ ਆਫ ਕਰ ਸਕਦੇ ਹੋ ਔਰ ਐਮਰਜੈਂਸੀ ਹੈਲਪਲਾਈਨ ਨੰਬਰਸ 'ਤੇ ਕਾਲ ਕਰਕੇ ਇਮੀਡੀਏਟਲੀ ਡਾਕਟਰ ਨੂੰ ਬੁਲਾ ਸਕਦੇ ਹੋ ਔਰ ਆਪਣੇ ਜਿਹੜਾ ਤੁਹਾਡਾ ਕਲਾਇੰਟ ਹੈ ਜਾਂ ਕੋਈ ਸਟਾਫ ਮੈਂਬਰ ਹੈ ਜਿਸ ਨੂੰ ਸ਼ੌਕ ਲੱਗਾ ਹੈ ਉਸ ਦੀ ਲਾਈਫ ਨੂੰ ਸੇਵ ਕਰ ਸਕਦੇ ਹੋ। ਨੈਕਸਟ ਹੈ ਕੈਮੀਕਲ ਸੇਫਟੀ। ਬਿਊਟੀ ਐਂਡ ਵੈਲਨੈਸ ਇੰਡਸਟਰੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਨ੍ਹਾਂ ਦੇ ਵਿੱਚ ਕੈਮੀਕਲ ਹੁੰਦਾ ਹੈ। ਇਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ, ਕਈ ਵਾਰ ਹੈਲਥ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਕਰਦੇ ਨੇ। ਇਹਨਾਂ ਪ੍ਰੋਡਕਟਸ ਨੂੰ ਤੁਸੀਂ ਅਵੋਇਡ ਨਹੀਂ ਕਰ ਸਕਦੇ, ਬਟ ਤੁਸੀਂ ਕੀ ਹੈ ਪ੍ਰੋਪਰ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਸਕਦੇ ਹੋ, ਕੇਅਰ ਕਰ ਸਕਦੇ ਹੋ, ਪ੍ਰੀਕਾਸ਼ਨਸ ਲੈ ਸਕਦੇ ਹੋ ਤਾਂ ਕਿ ਤੁਸੀਂ ਉਸ ਕੈਮੀਕਲ ਤੋਂ ਆਪਣੇ ਆਪ ਨੂੰ ਸੇਵ ਕਰ ਸਕੋ। ਕੈਮੀਕਲ ਹੈਂਡਲਿੰਗ ਵਿਦ ਪ੍ਰੋਪਰ ਅਵੇਅਰਨੈਸ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਹੈ ਕਿ ਤੁਸੀਂ ਆਪਣੇ ਸੈਲੂਨ ਦੇ ਵਿੱਚ ਹੈਵੀ ਚੀਜ਼ਾਂ ਨੂੰ ਲਿਫਟ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਂਦੇ ਹੋ ਤਾਂ ਉਸ ਦੇ ਲਈ ਤੁਹਾਡਾ ਜੋ ਪੋਸਚਰ ਹੈ ਉਹ ਬਹੁਤ ਹੀ ਕਰੈਕਟ ਹੋਣਾ ਚਾਹੀਦਾ ਹੈ। ਪਿਕਟੋਰੀਅਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਸਨ ਨੀਚੇ ਬੈਠ ਕੇ ਚੀਜ਼ ਨੂੰ ਲਿਫਟ ਕਰ ਰਿਹਾ ਹੈ ਔਰ ਇੱਕ ਹਾਫ ਬੈਂਡਿੰਗ ਦੇ ਵਿੱਚ ਲਿਫਟ ਕਰ ਰਿਹਾ ਹੈ ਵਿਚ ਇਜ਼ ਰੋਂਗ, ਜਿਹਦੇ ਨਾਲ ਤੁਹਾਡੀ ਬੈਕ ਦੇ ਉੱਪਰ ਸਟ੍ਰੇਨ ਪਏਗਾ ਔਰ ਮੇਬੀ ਇੰਜਰੀ ਕਾਜ਼ ਹੋ ਸਕਦੀ ਹੈ। ਔਰ ਨੈਕਸਟ ਦੇ ਵਿੱਚ ਜੋ ਦਿਖਾਇਆ ਗਿਆ ਹੈ ਕਿ ਤੁਸੀਂ ਲਿਫਟ ਕਿਵੇਂ ਕਰਨਾ ਹੈ, ਪ੍ਰੋਪਰ ਨੀਚੇ ਬੈਠੋ, ਚੀਜ਼ ਨੂੰ ਲਿਫਟ ਕਰੋ, ਦੈਨ ਧੀਰੇ ਧੀਰੇ ਉੱਠਣਾ ਹੈ। ਇਸ ਤਰ੍ਹਾਂ ਤੁਸੀਂ ਪ੍ਰੋਪਰ ਲਿਫਟਿੰਗ ਕਰ ਸਕਦੇ ਹੋ ਵਿਦ ਕਰੈਕਟ ਪੋਸਚਰ ਵਿਚ ਇਜ਼ ਵੈਰੀ ਇੰਪੋਰਟੈਂਟ ਟੂ ਯੂਅਰ ਫਿਜ਼ੀਕਲ ਹੈਲਥ ਤਾਂ ਕਿ ਤੁਹਾਨੂੰ ਕੋਈ ਇੰਜਰੀ ਨਾ ਹੋਏ। ਪ੍ਰੋਪਰ ਪੋਸਚਰ ਹੈ ਜੋ ਚੀਜ਼ ਨੂੰ ਲਿਫਟ ਕਰਨ ਦਾ, ਨੀਜ਼ ਨੂੰ ਬੈਂਡ ਕਰਕੇ ਬੈਠਣਾ ਹੈ ਔਰ ਬਾਕਸ ਨੂੰ ਲਿਫਟ ਕਰਕੇ ਚੈਸਟ ਦੇ ਨਾਲ ਲਗਾ ਕੇ ਦੈਨ ਉੱਠਣਾ ਹੈ। ਹੈਵੀ ਵੇਟ ਨੂੰ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਣ ਲਈ ਫੋਕ ਲਿਫਟ ਦਾ ਯੂਜ਼ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਜਿਹੜੀ ਕਿ ਇੰਜਰੀ ਦਾ ਰਿਸਕ ਜੋ ਹੈ ਉਹ ਬਹੁਤ ਹੀ ਮਿਨੀਮਾਈਜ਼ ਹੋ ਜਾਂਦਾ ਹੈ। ਲਾਸਟ ਬਟ ਨਾਟ ਲੀਸਟ, ਪਾਰਲਰ ਹਾਈਜੀਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਵਰਕ ਏਰੀਆ ਨੂੰ ਮੇਨਟੇਨ ਕਰਨਾ, ਹਾਈਜੀਨ ਕਰਨਾ ਅਟਮੋਸਟ ਇੰਪੋਰਟੈਂਟ ਹੈ ਕਿ ਕਲੀਨਿੰਗ ਕਰਨਾ ਔਰ ਸੈਨੀਟਾਈਜੇਸ਼ਨ ਕਰਨਾ ਔਰ ਵਰਕ ਏਰੀਆ ਨੂੰ ਪ੍ਰੋਪਰ ਤੁਸੀਂ ਫਰੈਸ਼ਨ ਅਪ ਕਰਨਾ ਤਾਂ ਕਿ ਤੁਹਾਡਾ ਜੋ ਕਲਾਇੰਟ ਹੈ ਉੱਥੇ ਆ ਕੇ ਆਪਣੇ ਆਪ ਨੂੰ ਕੰਫਰਟੇਬਲ ਔਰ ਹੈਲਥ ਵਾਈਜ਼ ਵੀ ਸਿਕਿਉਰ ਫੀਲ ਕਰ ਸਕੇ। ਨੂੰ ਤੁਸੀਂ ਵਾਸ਼ ਕਰਨਾ ਹੈ ਬਿਫੋਰ ਸਰਵਿਸ ਐਂਡ ਆਫਟਰ ਸਰਵਿਸ ਵਿਦ ਐਂਟੀਬੈਕਟੀਰੀਅਲ ਸੋਪ ਔਰ ਐਨੀ ਹੈਂਡ ਵਾਸ਼ ਤਾਂ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ ਆਪਣੇ ਕਲਾਇੰਟ ਦੇ ਤਾਂ ਕੋਈ ਵੀ ਬੈਕਟੀਰੀਆ ਜੋ ਹੈ ਤੁਹਾਡੇ ਤੋਂ ਉਸ ਨੂੰ ਟ੍ਰਾਂਸਫਰ ਨਾ ਹੋਏ ਤਾਂ ਕਿ ਕੱਲ੍ਹ ਨੂੰ ਕੋਈ ਵੀ ਪ੍ਰੋਬਲਮਸ ਨਾ ਹੋਣ। ਬਿਕੋਜ਼ ਆਫ ਕੋਵਿਡ-19 ਕਰੋਨਾ ਵਾਇਰਸ ਕਰਕੇ ਅਸੀਂ ਹੈਲਥ ਨੂੰ ਔਰ ਕਲੀਨਿੰਗ ਨੂੰ ਬਹੁਤ ਹੀ ਇੰਪੋਰਟੈਂਸ ਦੇਣੀ ਹੈ, ਜਿਸ ਕਰਕੇ ਅਸੀਂ ਪ੍ਰੋਪਰ ਹੈਂਡ ਵਾਸ਼ ਕਰਨਾ ਹੈ ਹਰ ਸਰਵਿਸ ਦੇਣ ਤੋਂ ਪਹਿਲਾਂ ਵੀ ਔਰ ਹਰ ਸਰਵਿਸ ਦੇਣ ਤੋਂ ਬਾਅਦ ਵੀ ਤਾਂ ਕਿ ਅਸੀਂ ਖੁਦ ਵੀ ਫਿਟ ਰਹਿ ਸਕੀਏ। ਸਾਡੇ ਜੋ ਹੱਥ ਹੈ ਟਾਵਲਸ ਨਾਲ ਟ੍ਰੀਟਮੈਂਟ ਦੇਣ ਦੇ ਟਾਈਮ ਕਲਾਇੰਟ ਦੇ ਫੇਸ ਨਾਲ, ਟੂਲਸ ਨਾਲ, ਇਕਵਿਪਮੈਂਟਸ ਨਾਲ ਕਈ ਚੀਜ਼ਾਂ ਦੇ ਕੰਟੈਕਟ 'ਚ ਆਉਂਦੇ ਆ, ਇਸ ਕਰਕੇ ਇਹਨਾਂ ਨੂੰ ਕਲੀਨ ਕਰਨਾ ਬਹੁਤ ਜ਼ਰੂਰੀ ਹੈ। ਨੈਕਸਟ ਹੈ ਵਰਕ ਸਰਫੇਸ ਨੂੰ ਕਲੀਨ ਕਰਨਾ ਵਿਦ ਡਿਸਇਨਫੈਕਟੈਂਟ। ਕੋਈ ਗਲਾਸਿਸ ਨੇ, ਮਿਰਰਸ ਨੇ, ਡੈਸਕ ਹੈ, ਟ੍ਰੀਟਮੈਂਟ ਏਰੀਆ ਹੈ, ਇੰਸ਼ੋਰ ਕਰਨਾ ਕਿ ਇਸ ਨੂੰ ਤੁਸੀਂ ਡਿਸਇਨਫੈਕਟੈਂਟ ਨਾਲ ਪ੍ਰੋਪਰ ਕਲੀਨ ਕਰੋ ਤਾਂ ਕਿ ਕੋਈ ਵੀ ਮੇਜਰ ਪ੍ਰੋਬਲਮ ਜੋ ਹੈ ਉਹ ਕ੍ਰੀਏਟ ਨਾ ਹੋ ਸਕੇ, ਨਾ ਹੀ ਕੋਈ ਹੈਲਥ ਇਸ਼ੂਜ਼ ਹੋ ਸਕਣ। ਸ਼ੀਟਸ ਨੂੰ ਪ੍ਰੋਪਰ ਕਲੀਨ ਕਰਨਾ ਹੈ, ਵਰਕ ਏਰੀਆ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਹੈ, ਇਹ ਤੁਹਾਡੀ ਮੇਜਰ ਰਿਸਪੌਂਸਿਬਿਲਟੀ ਹੈ। ਕਲਾਇੰਟਸ ਦੇ ਬੈਠਣ ਵਾਲੇ ਜੋ ਕਾਊਚ ਨੇ, ਸੋਫਾ ਸੈਟਸ ਨੇ, ਚੇਅਰਸ ਨੇ, ਉਹਨਾਂ ਨੂੰ ਪ੍ਰੋਪਰ ਤੁਸੀਂ ਕਲੀਨ ਕਰਨਾ ਹੈ ਕਿਉਂਕਿ ਇਹ ਜਿਹੜਾ ਮਟੀਰੀਅਲ ਹੈ ਇਹ PVC ਤੋਂ ਬਣਿਆ ਹੁੰਦਾ ਹੈ, ਪੋਲੀਵਿਨਾਈਲ ਤੋਂ, ਇਸ ਕਰਕੇ ਇਹਨਾਂ ਨੂੰ ਕਲੀਨ ਕਰਨਾ ਤਾਂ ਈਜ਼ੀ ਹੈ। ਡਿਸਇਨਫੈਕਟੈਂਟ ਵਿਦ ਇਥੇਨੋਲ ਨਾਲ ਤੁਸੀਂ ਇਹਨੂੰ ਕਲੀਨ ਕਰ ਸਕਦੇ ਹੋ ਔਰ ਪ੍ਰੋਪਰ ਇਹਨਾਂ ਤੋਂ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈ ਉਹਨਾਂ ਤੋਂ ਇਹਨਾਂ ਨੂੰ ਫ੍ਰੀ ਕਰ ਸਕਦੇ ਹੋ ਕਿਉਂਕਿ ਪੂਰੇ ਦਿਨ ਦੇ ਵਿੱਚ ਸੋ ਮੈਨੀ ਕਲਾਇੰਟਸ ਆਉਂਦੇ ਨੇ, ਬੈਠਦੇ ਨੇ ਔਰ ਇਸ ਤੋਂ ਵੀ ਇਨਫੈਕਸ਼ਨ ਹੋਣ ਦੇ ਚਾਂਸਿਸ ਹੈ, ਇਸ ਕਰਕੇ ਵੀ ਤੁਸੀਂ ਇਹਨਾਂ ਨੂੰ ਡੇਲੀ ਡਿਸਇਨਫੈਕਟੈਂਟ ਕਰਨਾ ਹੈ। ਵੈਰੀ ਇੰਪੋਰਟੈਂਟ PPE ਵਿਚ ਇਜ਼ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਜਿਹੜੀਆਂ ਕਿ ਤੁਸੀਂ ਖੁਦ ਯੂਜ਼ ਕਰਦੇ ਹੋ ਜਾਂ ਸੈਲੂਨ ਸਟਾਫ ਜੋ ਹੈ ਉਹ ਯੂਜ਼ ਕਰਦਾ ਹੈ। ਲਾਈਕ ਉਹਨਾਂ ਦੇ ਕਲੋਥਸ ਉਹ ਬਿਲਕੁਲ ਵੀ ਸਪੋਇਲ ਨਹੀਂ ਹੋਣੇ ਚਾਹੀਦੇ ਔਰ ਪ੍ਰੋਪਰ ਡਿਸਇਨਫੈਕਟੈਂਟ ਹੋਣੇ ਚਾਹੀਦੇ ਨੇ। ਲਾਈਕ ਐਪਰਨ, ਗਲਵਜ਼, ਹੈਡ ਕਵਰ, ਸ਼ੂਜ਼ ਐਂਡ ਮਾਸਕ। ਜਿਹੜਾ ਐਪਰਨ ਹੈ ਉਹ ਸਟ੍ਰੇਨ ਫ੍ਰੀ ਹੋਣਾ ਚਾਹੀਦਾ ਹੈ ਤਾਂ ਕਿ ਰਿਡਿਊਸ ਦਾ ਰਿਸਕ ਆਫ ਇੰਜਰੀ। ਗਲਵਜ਼ ਜਿਹੜੇ ਨੇ ਉਹ ਕੰਟੈਮੀਨੇਟਡ ਨਹੀਂ ਹੋਣੇ ਚਾਹੀਦੇ, ਕੋਈ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ 'ਤੇ। ਹੈਡ ਕਵਰ ਜੋ ਹੈ ਉਹ ਵੀ ਬਿਲਕੁਲ ਸਾਫ਼ ਹੋਣੇ ਚਾਹੀਦੇ ਹੈ। ਸ਼ੂਜ਼ ਜਿਹੜੇ ਹੈ ਪ੍ਰੋਪਰ ਜਿਹੜੇ ਕੀ ਹੈ ਸਾਫ਼ ਸੁਥਰੇ ਹੋਣੇ ਚਾਹੀਦੇ ਨੇ, ਕੋਈ ਵੀ ਬ੍ਰੋਕਨ ਥਿੰਗਸ ਨਹੀਂ ਹੋਣੀਆਂ ਚਾਹੀਦੀਆਂ। ਮਾਸਕ ਜੋ ਹੈ ਉਹ ਪ੍ਰੋਪਰ ਸਾਹ ਲੈਣ ਦੇ ਵਿੱਚ ਉਹਨਾਂ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। N95 ਜੋ ਮਾਸਕ ਹੈ ਉਹ ਵੀਅਰ ਹੋਣੇ ਚਾਹੀਦੇ ਹੈ ਔਰ ਪ੍ਰੋਪਰ ਕਲੀਨਿੰਗ ਦਾ ਜੋ ਹੈ ਧਿਆਨ ਰੱਖਣਾ ਹੈ, ਪਰਸਨਲ ਵੀ ਔਰ ਕਲਾਇੰਟਸ ਦਾ ਵੀ। ਉਮੀਦ ਹੈ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਸਮਝ ਆਏਗਾ।
ਧੰਨਵਾਦ।